सत श्री अकाल। विजन पंजाब टीवी देख रहे तमाम दर्शकों का स्वागत है। तुसी देख रहे हो स्टोरी ऑफ द डे विजन स्पैशल ते मैं हाँ तुहाडे नाल रवि संगराहुर। अज गल करांगे श्रोमणी गुरुद्वारा प्रबंधक कमेटी के प्रबंध चों 267 पावन सरूपों के गायब होने के छिड़े विवाद बारे पड़चोल करांगे कि आखिर पावन सरूप गायब सचमुच होए ने जां फिर इस पिछे कोई कारण होर है। साल 2016 की 18 ਅਤੇ 19 मई की दरमियानी रात ਨੂੰ श्री गुरु ग्रंथ साहिब भवन 'ਚ ਅੱਗ ਲੱਗ ਜਾਂਦੀ ਹੈ, ਜਿਸ ਵਿੱਚ 5 ਸਰੂਪ ਅਗਨ ਭੇਟ ਹੋਣ ਅਤੇ 9 ਅੱਗ ਬੁਝਾਉਣ ਦਰਮਿਆਨ ਨੁਕਸਾਨੇ ਜਾਣ ਦੀ ਘਟਨਾ ਵਾਪਰੀ ਸੀ। ਕੁੱਲ 14 ਸਰੂਪ ਇਸ ਘਟਨਾ ਵਿੱਚ ਨੁਕਸਾਨੇ ਗਏ ਸੀ, ਪਰ ਇਨੀ ਦਿਨੀ ਲਗਭਗ 267 ਸਰੂਪਾਂ ਦੇ ਗਾਇਬ ਹੋਣ ਦੀ ਚਰਚਾ ਵੱਡੇ ਪੱਧਰ ਤੇ ਛਿੜੀ ਹੋਈ ਹੈ, ਜਿੱਥੇ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਇਸ ਦਾ ਕਸੂਰਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸਦੀਆਂ ਨੇ। ਉੱਥੇ ਹੀ ਰਾਜਨੀਤਿਕ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਜ਼ਿੰਮੇਵਾਰੀ ਨਾ ਨਿਭਾਉਣ ਦੀ ਗੱਲ ਕਹਿ ਰਹੀਆਂ ਨੇ। ਚਿੰਤਾ ਜ਼ਰੂਰ ਬਣਦੀ ਹੈ ਕਿ 267 ਸਰੂਪ ਇਸ ਤਰ੍ਹਾਂ ਗਾਇਬ ਹੋ ਸਕਦੇ ਨੇ ਤੇ ਇਹਨਾਂ ਦਾ ਰਿਕਾਰਡ ਵੀ ਕਿਤੇ ਦਰਜ ਨਹੀਂ ਮਿਲਿਆ। ਹਾਲ ਹੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਖਾਲਸਾ ਨੇ ਛਪਾਈ ਦੇ ਰਿਕਾਰਡ ਨੂੰ ਸੀਲ ਕਰਨ ਦੀ ਗੱਲ ਆਖੀ ਹੈ। ਇਸ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ 'ਚ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਉੱਚ ਪੱਧਰੀ ਹੋਵੇਗੀ ਤੇ ਨਾਲ ਹੀ ਉਹਨਾਂ ਇਸ ਦੀ ਜਾਂਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਜਾਂ ਕਮੇਟੀ ਤੋਂ ਕਰਵਾਉਣ ਦੀ ਬਜਾਏ ਕਿਸੇ ਰਿਟਾਇਰਡ ਸਿੱਖ ਜੱਜ ਪਾਸੋਂ ਕਰਵਾਉਣ ਦੀ ਗੱਲ ਆਖੀ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਆਪ ਜਾਂਚ ਕਰਨ ਦੀ ਬਜਾਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੀ ਹੈ ਕਿ ਉਹ ਕਿਸੇ ਇਸ ਸਾਰੇ ਮਾਮਲੇ ਦੀ ਪੜਤਾਲ ਕਿਸੇ ਸੀਨੀਅਰ ਸਿੱਖ ਜੱਜ ਜੋ ਸੇਵਾ ਮੁਕਤ ਜਾਂ ਕਿਸੇ ਪ੍ਰਮੁੱਖ ਸ਼ਖਸੀਅਤ ਤੋਂ ਸਾਰੀ ਸੱਚਾਈ ਦੀ ਜਿਹੜੀ ਪੜਤਾਲ ਕਰਾਈ ਜਾਵੇ, ਤਾਂ ਕਿ ਅਸਲ ਸੱਚਾਈ ਹੈ ਜਿਹੜੀ ਲੋਕਾਂ ਦੇ ਸਾਹਮਣੇ ਆਵੇ। ਇਸ ਦੇ ਲਈ ਅੱਜ ਹੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਚਿੱਠੀ ਲਿਖ ਕੇ ਇਹ ਬੇਨਤੀ ਕਰਾਂਗੇ ਔਰ ਨੂੰ ਉੱਥੇ ਲੱਗੇ ਹੋਏ ਨੇ ਔਰ ਪ੍ਰਭਾਵਿਤ ਨਾ ਹੋਵੇ, ਇਸ ਕਰਕੇ ਪਬਲਿਕੇਸ਼ਨ ਜਲਬੰਦੀ ਵਿਭਾਗ ਨਾਲ ਸੰਬੰਧਿਤ ਸਮੁੱਚੇ ਅਧਿਕਾਰੀਆਂ ਕਰਮਚਾਰੀਆਂ ਦੀਆਂ ਜਿਨ੍ਹਾਂ ਵਿੱਚ CGL ਸੁਪਰਵਾਈਜ਼ਰ ਇੰਚਾਰਜ ਮੀਤ ਸਕੱਤਰ ਡੀ ਸਕੱਤਰ ਤੇ ਸਕੱਤਰ ਤੁਰੰਤ ਜਿਹੜੇ ਨੇ ਉਹ ਤਬਦੀਲ ਕੀਤੇ ਜਾਣ। ਅਸੀਂ ਵੀ ਚਾਹੁੰਦੇ ਹਾਂ ਕਿ ਇਹ ਜਿਹੜੀ ਸੱਚਾਈ ਹੈ ਲੋਕਾਂ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕਾਂ ਸਾਹਮਣੇ ਆਵੇ, ਤਾਂ ਕਿ ਲੋਕਾਂ ਨੂੰ ਸਾਰੀ ਗੱਲ ਦਾ ਇਹਦਾ ਪਤਾ ਲੱਗ ਸਕੇ। ਜਿਹੜੇ ਲੋਕ ਸਾਡੇ ਤੇ ਉਂਗਲਾਂ ਵੀ ਉਠਾਉਂਦੇ ਨੇ, ਸਾਡੇ ਵਿਰੋਧੀ ਨੇ, ਔਰ ਉਹਨਾਂ ਦੇ ਮੂੰਹ ਵੀ ਬੰਦ ਹੋ ਸਕਣ, ਜੋ ਕਿ ਸੱਚਾਈ ਲੋਕਾਂ ਸਾਹਮਣੇ ਆਏਗੀ ਔਰ ਸਹੀ ਤੌਰ ਤੇ ਨਿਰਪੱਖਤਾ ਨਾਲ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹਦੀ ਔਰ ਪੜਤਾਲ ਕਰਾਉਣਗੇ। ਕਿਉਂਕਿ ਅਸੀਂ ਨਹੀਂ ਛਪਾਉਣਾ ਚਾਹੁੰਦੇ ਔਰ ਕੋਈ ਵੀ ਬੰਦਾ, ਕੋਈ ਭਾਵੇਂ ਅਧਿਕਾਰੀ ਹੈ, ਭਾਵੇਂ ਔਰ ਕੋਈ ਸਾਡਾ ਮੈਂਬਰ ਸ਼੍ਰੋਮਣੀ ਕਮੇਟੀ ਹੈ, ਕੋਈ ਲੀਡਰ ਹੈ, ਕੋਈ ਵੀ ਇਹਦੇ ਵਿੱਚ ਆਵੇ ਤਾਂ ਕਿ ਲੋਕਾਂ ਸਾਹਮਣੇ ਆਉਣਾ ਚਾਹੀਦਾ ਔਰ ਜਿਹੜਾ ਵੀ ਦੋਸ਼ੀ ਹੈ ਉਹਨੂੰ ਦੋਸ਼ੀ ਔਰ ਇਹ ਜਿਹੜੀ ਪੜਤਾਲ ਕਮੇਟੀ ਹੋਵੇਗੀ ਪਾਵੇ, ਤਾਂ ਕਿ ਜੋ ਵੀ ਬਣਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ। ਪ੍ਰਧਾਨ ਜਿਹੜੀ ਹੁਣ ਤੱਕ ਕਮੇਟੀ ਬਣਾਈ ਸੀਗੀ ਉਹਨੇ ਕੁਝ ਦਿੱਤੀ ਰਿਪੋਰਟ? ਉਹਨੇ ਕੁਝ ਮੁੱਢਲੀਆਂ ਰਿਪੋਰਟਾਂ ਦਿੱਤੀਆਂ ਨੇ, ਉਹ ਸਾਰੀਆਂ ਵਿੱਚ ਅੱਜ ਵਿਚਾਰੀਆਂ ਗਈਆਂ। ਉਹਨਾਂ ਦੀ ਰਿਪੋਰਟਾਂ ਦੇ ਆਧਾਰ ਤੇ ਹੀ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਹੈਗਾ। ਉਹਨਾਂ ਦੀ ਮੁੱਢਲੀ ਰਿਪੋਰਟ ਕੀ ਹੈ, ਕੀ ਇੰਡੀਕੇਟ ਕਰਦੀ ਹੈ? ਸੋ ਉਹ ਤਾਂ ਹੁਣ ਸਾਰਿਆਂ ਨੂੰ ਦੱਸਿਆ ਜਾਊਗਾ। ਉਹ ਜਿਹੜੀ ਅਗਲੀ ਪੜਤਾਲ ਆਊਗੀ ਜੋ ਸਿੰਘ ਸਾਹਿਬ ਕਰਾਉਣਗੇ ਉਹਦੇ ਵਿੱਚ ਹੀ ਸਾਰਾ ਸੱਚਾਈ ਸਾਹਮਣੇ ਆਏਗੀ। ਜੀ ਹਰ ਸਾਲ ਸ਼੍ਰੋਮਣੀ ਕਮੇਟੀ ਦਾ ਜਿਹੜਾ ਆਡਿਟ ਹੁੰਦਾ ਹੈ ਜੀ, ਕਿ ਜਿੰਨੇ ਪਾਵਨ ਸਰੂਪ ਜਿਹਨਾਂ ਦੋਸ਼ ਲੱਗ ਰਿਹਾ ਜੀ, ਬਹੁਤ ਵੱਡੀ ਗਿਣਤੀ ਨੇ, ਸੈਂਕੜਿਆਂ ਦੀ ਗਿਣਤੀ ਨੇ, ਉਹ ਆਡਿਟ ਦੇ ਵਿੱਚ 4 ਸਾਲ ਦੇ ਵਿੱਚ ਸਾਹਮਣੇ ਨਹੀਂ ਆਇਆ ਜੀ ਕੋਈ ਕੇਸ ਵੀ ਕੋਈ ਇੱਥੇ ਗੜਬੜ ਹੈਗੀ ਆ ਜਾਂ ਸਰੂਪ ਘੱਟ ਨੇ। ਦੇਖੋ ਉੱਥੇ ਜਿਹੜੇ ਉਹ ਸਦਾ ਕਮਲਜੀਤ ਸਿੰਘ ਸਹਾਇਕ ਸੁਪਰਵਾਈਜ਼ਰ ਸੀ, ਉਹ ਬੜੇ ਲੰਮੇ ਸਮੇਂ ਤੋਂ ਉੱਥੇ ਉਹ ਕੰਮ ਕਰਦਾ ਆ ਰਿਹਾ ਸੀ। ਉਹਦੀ ਰਿਟਾਇਰਮੈਂਟ ਹੋ ਗਈ ਆ 31 ਤਰੀਕ ਨੂੰ। ਜਦੋਂ ਰਿਟਾਇਰਮੈਂਟ ਹੋਈ, ਦੂਸਰੇ ਨੇ ਚਾਰਜ ਲੈਣਾ ਸੀ, ਤਾਂ ਉਸ ਸਮੇਂ ਸਾਰੀਆਂ ਗੱਲਾਂ ਸਾਹਮਣੇ ਆਈਆਂ ਕਿ
ਇਹ ਸਰੂਪ ਘੱਟ ਪਾਏ ਗਏ। ਸਾਰੀਆਂ ਉਸ ਵੇਲੇ ਸਾਰੀ ਗੱਲ ਸਾਹਮਣੇ ਆਈ ਹੈ। ਸਾਹਿਬ ਦੀ ਪ੍ਰਧਾਨ ਜੀ ਹੁੰਦਾ ਆਡਿਟ ਜਿਹੜਾ ਵੀ ਚੈੱਕ ਹੁੰਦਾ ਵੀ ਕਿੰਨੀ ਮਾਇਆ ਆਈ ਆ, ਕਿੰਨੇ ਸਰੂਪ ਗਏ ਨੇ, ਇਹ 4 ਸਾਲ ਬਾਅਦ ਹੀ ਕਿਉਂ ਚੈੱਕ ਹੋਇਆ ਜੀ? ਕਿਉਂਕਿ ਉੱਥੇ ਦੇ ਜਿਹੜੇ ਅਧਿਕਾਰੀ ਆ ਉਹੀ ਰੱਖਦੇ ਨੇ ਸਾਰਾ ਰਿਕਾਰਡ, ਉਹਨਾਂ ਕੋਲ ਹੀ ਹੁੰਦਾ ਹੈ ਸਾਰਾ। ਪਰ ਉਹ ਰਿਪੋਰਟ ਤਾਂ ਦਫ਼ਤਰ ਨੂੰ ਭੇਜਦੇ ਹੋਣਗੇ ਨਾ ਜੀ ਕਿ ਇਹਦੇ 'ਚ ਸਾਡੇ ਕੋਲ ਇੰਨਾ ਸਰੂਪ ਹੈਗੇ ਨੇ ਤੇ ਇੰਨੀ ਸਾਨੂੰ ਪੇਮੈਂਟ ਆਈ ਹੈ। ਉਹ ਤਾਂ ਸਾਰਾ ਉੱਥੇ ਦੇਖਿਆ ਜਾਵੇਗਾ, ਜੋ ਪੜਤਾਲ ਹੋਊਗੀ ਸਾਰਾ ਸਾਹਮਣੇ ਇਹ ਆਏਗਾ। ਤੇ ਸਿਰਫ 2016 ਦਾ ਮਾਮਲਾ ਸਾਹਮਣੇ ਆਇਆ, ਉਸ ਤੋਂ 4 ਸਾਲ ਬਾਅਦ ਵੀ ਕਮਲਜੀਤ ਸਿੰਘ ਰਿਹਾ ਵਾ। ਇਹ ਤੇ ਹੋ ਨਹੀਂ ਸਕਦਾ ਕਿ 267 ਸਰੂਪ ਉਹਨੇ ਵੇਚੇ ਹੋਣ। ਦੇਖੋ ਜ਼ਿਆਦਾ ਕੁਝ ਆਪਾਂ ਇਹ ਵਿੱਚ ਨਹੀਂ ਕਹਿਣਾ। ਦੇਖੋ ਹੁਣ ਅਸੀਂ ਅਕਾਲ ਤਖਤ ਨੂੰ ਇਹ ਸੌਂਪਤਾ, ਜੋ ਵੀ ਪੜਤਾਲ ਵਿੱਚ ਆਏਗਾ ਔਰ ਉਹ ਨਿਰਪੱਖ ਸਾਰੇ ਫਿਕਸ ਨੇ ਜਿਹੜੇ ਹੈਗੇ ਨੇ ਸਾਰੇ ਸਾਹਮਣੇ ਆ ਜਾਣਗੇ। ਫੈਕਟ ਜਿਹੜੇ ਸਾਰੇ ਸਾਹਮਣੇ ਆ ਜਾਣਗੇ। ਇਸੇ ਕਰਕੇ ਢੰਗਾਈ ਨਾਲ ਜਾਂਚ ਇਸੇ ਕਰਕੇ ਜੱਜ ਨੂੰ ਵੀ ਜਾਂਚ ਦਿੱਤੀ ਗਈ, ਜਿਸ ਤਰ੍ਹਾਂ ਹੁਣ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਹਿਤਾ ਕਿ ਉਹ ਜਾਂਚ ਕਰਵਾ ਲਏ। ਪਹਿਲਾਂ ਐਸਾ ਆਈਟਮ ਹੋਇਆ ਕਿ ਇਸ ਤਰ੍ਹਾਂ ਪਹਿਲਾਂ ਜਾਂਚ ਹੋਈ ਹੋਵੇ, ਕਿਉਂਕਿ ਅਕਾਲ ਤਖਤ ਸਾਹਿਬ ਪਹਿਲੀ ਵਾਰੀ ਬਣਿਆ, ਕਿਉਂ ਮੁੱਦਾ ਇਸ ਤਰ੍ਹਾਂ ਦਾ ਆਇਆ ਸਾਡੇ ਕੋਲ ਆ, ਬੜੀ ਸਿਸਟਮ ਮੁੱਦਾ ਹੈ। ਬਹੁਤ ਗੰਭੀਰਤਾ ਨਾਲ ਅਸੀਂ ਇਹਦੇ ਸਾਰੀ ਵਿਚਾਰ ਕੀਤੀ। ਜਿਸ ਤਰ੍ਹਾਂ ਦੀ ਕੋਈ ਮੰਗ ਆਉਂਦੀ ਹੈ, ਥੋੜਾ ਮਸਲਾ ਸਾਹਮਣੇ ਆਉਂਦਾ ਹੈ, ਉਹਦੇ ਮੁਤਾਬਕ ਹੀ ਸਾਰਾ ਅਸੀਂ ਮਸਲਾ ਦੇਖਦੇ ਹਾਂ। ਅਕਾਲ ਤਖਤ ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਵੱਲੋਂ ਨਿਰਪੱਖ ਜਾਂਚ ਦੀ ਗੱਲ ਆਖੀ ਜਾ ਰਹੀ ਹੈ, ਪਰ ਇਸ ਮਸਲੇ ਤੇ ਸਿਆਸੀ ਧਿਰਾਂ ਵੀ ਕਾਫੀ ਸਰਗਰਮ ਨੇ। ਲੋਕ ਇਨਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਅਤੇ ਸਮਾਜ ਸੇਵੀ ਮਨਦੀਪ ਮੰਨਾ ਨੇ ਸਿੱਧੇ ਤੌਰ ਤੇ ਦੋਸ਼ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਦੋਹੇ ਹੀ ਧਿਰਾਂ ਜਾਂਚ ਕਰਵਾਉਣ ਤੋਂ ਭੱਜ ਰਹੀਆਂ ਨੇ। ਭਾਗੀ ਸ਼ਿਕਾਇਤ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 267 ਸਰੂਪ ਜਿਹੜੇ ਲਾਪਤਾ ਹੈਗੇ ਆ। ਇਹ ਤਾਂ ਕਹਿੰਦੇ ਘੱਟ ਆ, ਮੈਂ ਕਹਿੰਦਾ ਲਾਪਤਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਕੋਈ ਇੱਕ ਬੰਦਾ ਨਹੀਂ ਲੈ ਕੇ ਜਾ ਸਕਦਾ। ਇੱਕ ਮਰਿਆਦਾ ਹੈ, ਉਸ ਮਰਿਆਦਾ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮੋਟਰ ਵਹੀਕਲ ਤਿਆਰ ਕੀਤੀ ਹੈ। ਉਹਦੇ ਵਿੱਚ ਡਰਾਈਵਰ ਜਦੋਂ ਚਲਾਉਂਦਾ ਜੋੜਾ ਲਾਹ ਕੇ ਚਲਾਉਂਦਾ, ਤੇ ਜਦੋਂ ਮਹਾਰਾਜ ਦਾ ਸਰੂਪ ਕਿਤੇ ਛੱਡਣ ਲਈ ਜਾਂਦੇ ਆ, 5 ਸਿੰਘ ਜੋੜਾ ਲਾਹ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਉਸ ਵਹੀਕਲ ਵਿੱਚ ਪਾਵਨ ਸਰੂਪ ਲੈ ਕੇ ਜਾਂਦੇ ਆ, ਤੇ ਜਿੱਥੇ ਛੱਡਣਾ ਹੁੰਦਾ ਉੱਥੇ ਤੱਕ ਪਹੁੰਚਾ ਕੇ ਆਉਂਦੇ ਆ। ਤੇ ਹੁਣ 267 ਪਾਵਨ ਸਰੂਪ ਕੌਣ ਲੈ ਗਿਆ, ਕਿੱਥੇ ਲੈ ਗਿਆ, ਕੌਣ ਛੱਡ ਕੇ ਆਇਆ, ਇਹ ਵੱਡਾ ਸਵਾਲ ਹੈ। ਇਹ ਸਵਾਲ ਤੋਂ ਡਰ ਲੱਗਦਾ ਹੈ। ਕਹਿਣ ਲੱਗਿਆ ਕਿ ਬਰਗਾੜੀ ਵਿੱਚ ਵੀ ਐਸਾ ਹੀ ਹੋਇਆ ਸੀ। ਕਿਤੇ ਇਹ ਨਾ ਹੋਏ ਕਿ ਫਿਰ ਬਰਗਾੜੀ ਕਾਂਡ ਕਿਤੇ ਨਾ ਕਿਤੇ ਦੁਬਾਰਾ ਉਹ ਪਾਵਨ ਸਰੂਪ ਕਿਸੇ ਸ਼ਰਾਰਤੀ ਦੇ ਹੱਥ 'ਚ ਆ ਜੇ ਤੇ ਉਹ ਕਾਂਡ ਦੁਬਾਰਾ ਨਾ ਵਾਪਰ ਜਾਏ। ਇਸ ਕਰਕੇ ਪੁਲਿਸ ਨੂੰ ਕੰਪਲੇਂਟ ਦੇਣ ਲਈ ਆਏ ਆ ਕਿ ਕਿਰਪਾ ਕਰਕੇ ਇੱਕ ਮੁਕੱਦਮਾ ਦਰਜ ਕਰਕੇ ਜਿਹੜੇ ਦੋਸ਼ੀ ਹੈ, ਸਹਿ ਦੋਸ਼ੀ ਹੈ, ਜਿਨ੍ਹਾਂ ਨੇ ਰਿਕਾਰਡ ਮੇਨਟੇਨ ਨਹੀਂ ਕੀਤਾ, ਉਹਨਾਂ ਦੇ ਖਿਲਾਫ ਇੱਕ FIR ਦਰਜ ਕਰਕੇ ਉਹਨਾਂ ਤੇ ਮੁਕੱਦਮਾ ਚਲਾਇਆ ਜਾਏ ਤੇ ਉਹਨਾਂ ਨੂੰ ਕਾਨੂੰਨ ਦੇ ਕਟਹਿਰੇ 'ਚ ਸਜ਼ਾ ਦਿੱਤੀ ਜਾਏ। ਸੀਪੀ ਸਾਹਿਬ ਵੱਲੋਂ ਤੁਹਾਨੂੰ ਅੱਜ ਕੀ ਕਿਹਾ ਗਿਆ? CP ਸਾਹਿਬ ਕਹਿੰਦੇ ਕਾਨੂੰਨ ਅਨੁਸਾਰ ਅਸੀਂ ਇਹਦੇ ਤੇ ਇਨਕੁਆਇਰੀ ਕਰਾਂਗੇ, ਪਰ ਉਹ ਨਾਲ ਇਹ ਵੀ ਕਹਿੰਦੇ ਆ ਕਿ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੇ ਇੱਕ ਕਮੇਟੀ ਫਾਰਮ ਕੀਤੀ ਹੈ। ਵੀਰ ਜੀ, ਤੁਸੀਂ ਕਾਂਗਰਸ ਦੀ ਗੱਲ ਕਰਦੇ ਹੋ, ਅਜੇ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੋਲੇ ਨਹੀਂ, ਹਜੇ ਤੱਕ ਅਕਾਲੀ ਦਲ ਦੇ ਪ੍ਰਧਾਨ ਸਰ ਸੁਖਵੀਰ ਸਿੰਘ ਬਾਦਲ ਬੋਲੇ ਨਹੀਂ। ਇਹਦੇ ਤੇ ਹਜੇ ਤੱਕ ਮੈਨੂੰ ਕਹਿਣ ਲੱਗਿਆ ਸ਼ਰਮਿੰਦਗੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਬੋਲੇ ਨਹੀਂ। ਤੇ ਜੇ ਬੋਲੇ ਨਹੀਂ, ਕਾਂਗਰਸ ਤਾਂ ਇੱਕ ਰਾਜਨੀਤਿਕ ਜਮਾਤ ਹੈ ਤੇ ਸ਼੍ਰੋਮਣੀ ਅਕਾਲੀ ਦਲ ਇਹ ਗੱਲ ਕਹਿੰਦਾ ਐਲਾਨੀਆਂ ਕਿ ਅਸੀਂ ਧਰਮ ਨੂੰ ਮੰਨਣ ਵਾਲੀ ਪਾਰਟੀ ਹਾਂ। ਜੇ ਇਹ ਨਹੀਂ ਬੋਲੇ ਤਾਂ ਸਰਦਾਰ ਅਮਰਿੰਦਰ ਸਿੰਘ ਨਹੀਂ ਬੋਲੇ, ਪਰ ਮੈਂ ਉਹਨਾਂ ਨੂੰ ਸਰਦਾਰ ਅਮਰਿੰਦਰ ਸਿੰਘ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਸਰਦਾਰ ਅਮਰਿੰਦਰ ਸਿੰਘ ਜੀ, ਮੁੱਖ ਮੰਤਰੀ ਸਾਹਿਬ, ਤੁਸੀਂ ਵੀ ਉਸੇ ਗੁਰੂ ਦੇ ਸਿੱਖ ਹੋ। ਕਿਤੇ ਐਸਾ ਨਾ ਹੋਏ ਕਿ ਜਿਹੜੇ ਕੰਡੇ ਬਾਦਲ ਪਰਿਵਾਰ ਨੇ ਕੋਟਕਪੂਰੇ ਤੇ ਬਰਗਾੜੀ 'ਚ ਬੀਜੇ ਸੀ, ਉਹੇ ਜੇ ਕੰਡੇ ਕਿਤੇ, ਕਿਉਂਕਿ 267 ਪਾਵਨ ਸਰੂਪ ਹੈ, ਉਹ ਕੰਡੇ ਕਿਤੇ ਕਿਸੇ ਹੋਰ ਸ਼ਹਿਰ ਵਿੱਚ ਨਾ ਖਿਲਰ ਜਾਣ। ਇਸ ਕਰਕੇ CM ਸਾਹਿਬ ਨੂੰ ਵੀ ਤੁਹਾਡੇ ਜਰੀਏ ਕਹਿਣਾ ਚਾਹੁੰਦਾ ਕਿ ਇਹਦੇ ਤੇ ਬੋਲਣਾ ਪਊਗਾ। ਸਿੱਧੇ ਤੌਰ ਤੇ ਇਨਕੁਆਇਰੀ ਕਰਕੇ ਹੀ ਗੱਲ ਸਾਹਮਣੇ ਆ ਸਕਦੀ ਹੈ ਨਾ। ਸਿੱਧੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਿਨ੍ਹਾਂ ਦੀ ਡਿਊਟੀ ਕੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਡਿਊਟੀ ਹੈ ਸਭ ਤੋਂ ਪਹਿਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ, ਪ੍ਰਚਾਰ ਤੇ ਪ੍ਰਸਾਰ। ਤੇ ਇੱਥੇ 267 ਸਰੂਪ ਲਾਪਤਾ, ਉਹ ਤਾਂ ਕਹਿੰਦੇ ਨੇ ਘੱਟ ਨੇ। ਘੱਟ ਦਾ ਮਤਲਬ ਕੀ ਹੋਇਆ? ਕਿਉਂਕਿ ਉਹ ਕੋਈ ਇੱਕ ਬੰਦਾ ਨਹੀਂ ਲੈ ਕੇ ਜਾ ਸਕਦਾ, ਉਹ ਕੋਈ ਜੇਬ 'ਚ ਪਾਉਣ ਵਾਲਾ ਵਸਤੂ ਨਹੀਂ ਹੈਗੀ ਕਿ ਕੋਈ ਜੇਬ 'ਚ ਪੈਨ ਤਾਂ ਹੋ ਸਕਦਾ ਕੋਈ ਜੇਬ ਨੂੰ ਲਾ ਕੇ ਲੈ ਗਿਆ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਮਰਿਆਦਾ ਅਨੁਸਾਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਏ ਜਾਂਦੇ ਆ। ਇਸ ਕਰਕੇ ਇਹ ਮਨ ਵਿੱਚ ਡਰ ਹੈ।
ਮੈਂ ਕਮੇਟੀ ਦੇ ਮੈਂਬਰ ਜਿਹੜੇ ਸੀਗੇ ਉਹਨਾਂ ਦੇ ਬਾਰੇ ਇਹ ਸ਼ਬਦ ਜ਼ਰੂਰ ਕਹੂੰਗਾ ਕਿ ਆਪਣਾ ਜ਼ਮੀਰ ਹਲੂਣੋ कि ये बादलों की दलाली नहीं आसान, जो तुसी करते हो ना कि ये बादलों की दलाली नहीं आसान, बस इतना समझ लीजिए एक थूक का दरिया है और चाट के जाना है। कारण की सीगा पर्दा क्यों पाया गया? क्योंकि 2015 ਦੇ ਵਿੱਚ ਇੱਕ ਪਹਿਲਾਂ ਹੀ ਬੇਅਦਬੀ ਹੋਈ ਸੀ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੇ ਵਿੱਚ, ਜਿਹੜੀ ਪਹਿਲਾਂ ਹੀ ਬਾਦਲਾਂ ਦੇ ਮੱਥੇ ਮੜੀ ਹੋਈ ਸੀ ਇਹਨਾਂ ਦੀ ਸਰਕਾਰ 'ਚ ਤੇ ਇਹਨਾਂ ਵੱਲੋਂ ਕਰਾਈ ਗਈ ਸੀ। ਅਕਾਲੀ ਦਲ ਬਿਲਕੁਲ ਬੈਕਫੁੱਟ ਤੇ ਸੀਗਾ ਤੇ ਅੱਗੋਂ 6 ਮਹੀਨਿਆਂ ਨੂੰ 2017 ਦੇ ਵਿੱਚ ਜਿਹੜੀਆਂ ਚੋਣਾਂ ਆਉਣ ਵਾਲੀਆਂ ਸੀਗੀਆਂ ਤੇ ਇਹਨਾਂ ਲੋਕਾਂ ਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਕਿ ਇੰਨੇ ਮਹਾਰਾਜ ਦੇ ਸਰੂਪਾਂ ਦਾ ਜਿਹੜਾ ਨੁਕਸਾਨ ਹੋ ਗਿਆ। ਪਰ ਮੈਂ ਫਿਰ ਕਹਿਣਾ ਕਿ ਬੱਕਰੇ ਦੀ ਮਾਂ ਕਾਤਾ ਖੈਰ ਮਨਾਉਂਦੀ ਹੁਣ ਤੇ ਸਾਹਮਣੇ ਆ ਗਿਆ। ਇਹ ਤੀ ਸੀ 14 ਸਰੂਪਾਂ ਦੇ 14 ਜਿਹੜੇ ਗੁਰੂ ਮਹਾਰਾਜ ਦੇ ਸਰੂਪ ਸੀਗੇ ਉਹਨਾਂ ਦੀ ਗੱਲ, ਜਿਹੜੀ ਇਹ ਮੰਨ ਰਹੇ ਆ ਕਿ ਅਗਨ ਭੇਂਟ ਹੋ ਗਏ। ਹੁਣ ਜੋ ਸਾਹਮਣੇ ਆਇਆ 14 ਤੋਂ ਬਾਅਦ 14 ਨਹੀਂ 253 ਸਰੂਪ ਗੁਰੂ ਮਹਾਰਾਜ ਦੇ ਹੋਰ ਚੋਰੀ ਹੋ ਗਏ 2016 ਤੋਂ ਲੈ ਕੇ ਹੁਣ ਤੱਕ, ਜਿਸ ਦੀ SGPC ਨੇ ਹੁਣ ਤੱਕ ਸੁਖਬੀਰ ਦੇ ਕਹਿਣ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ, ਨਾ ਕੋਈ ਪੁਲਿਸ ਕੰਪਲੇਂਟ ਕੀਤੀ। ਇਹ ਸਾਹਮਣੇ ਕਿਸ ਤਰ੍ਹਾਂ ਆਇਆ ਕਿ ਸ਼੍ਰੋਮਣੀ ਕਮੇਟੀ ਦਾ ਇੱਕ ਜਿਹੜਾ ਸੁਪਰਵਾਈਜ਼ਰ ਅੱਜ ਦੀ ਉੱਥੇ ਡਿਊਟੀ ਸੀਗੀ ਉਸ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ, ਉਹ ਹੁਣ ਰਿਟਾਇਰ ਹੋਇਆ 31 ਮਈ ਨੂੰ ਜਦੋਂ ਉਹਨੇ ਚਾਰਜ ਛੱਡਿਆ ਤੇ ਕਮਲਜੀਤ ਤੋਂ ਸੁਖਬੀਰ ਦੇ ਜ਼ੁਬਾਨੀ ਹੁਕਮਾਂ ਤੇ ਜਿਹੜੇ ਪੁਰਾਣੇ ਗੁਰੂ ਮਹਾਰਾਜ ਦੇ ਸਰੂਪ ਚੋਰੀ ਕੀਤੇ ਗਏ ਤੇ ਖੁਰਦਬੁਰਦ ਕੀਤੇ ਗਏ ਉਹਨਾਂ ਤੇ ਪਰਦਾ ਪਾਉਣ ਲਈ ਉਹਦੇ ਕੋਲ ਲਿਖਾ ਲਿਆ ਜਾਂਦਾ ਹੈ ਕਿ ਗੁਰੂ ਮਹਾਰਾਜ ਦੇ ਜਿਹੜੇ ਕੁੱਲ 267 ਸਰੂਪ ਘੱਟ ਆ ਜਿਨ੍ਹਾਂ ਦੇ ਪੈਸੇ ਮੇਰੇ ਫੰਡ ਚੋਂ ਕੱਟ ਲਏ ਜਾਣ। ਇਹਦੇ ਵਿਰੁੱਧ ਉਹ ਬੰਦੇ ਕੋਲ ਜ਼ਬਰਦਸਤੀ ਲਿਖਾਇਆ ਜਾਂਦਾ। ਇਹਦੇ ਵਿਰੋਧ ਦੇ ਵਿੱਚ ਉਹ ਪ੍ਰਧਾਨ SGPC ਨੂੰ ਚਿੱਠੀ ਲਿਖਦਾ ਕਿ ਗਾਇਬ ਕੀਤੇ ਇਹਨਾਂ 3 ਸਾਲਾਂ 'ਚ ਜਿਹੜੇ ਸਰੂਪ ਗਾਇਬ ਹੋਏ ਆ ਪੌਣੇ 300 ਦੇ ਕਰੀਬ, ਉਹ ਮੇਰੇ ਜਿੰਮੇ ਮੜੇ ਜਾ ਰਹੇ ਆ, ਜਦਕਿ ਮੇਰਾ ਤੇ ਇਹਦੇ ਵਿੱਚ ਕਸੂਰ ਹੀ ਕੋਈ ਨਹੀਂਗਾ। ਉਸ ਤੋਂ ਬਾਅਦ ਉਹ ਫਿਰ ਪੁਲਿਸ ਕਮਿਸ਼ਨਰ ਨੂੰ ਇੱਕ ਕੰਪਲੇਂਟ ਕਰਕੇ ਆਉਂਦਾ ਔਰ ਸਾਰਿਆਂ ਦੇ ਨਾਂ ਦੱਸ ਕੇ ਆਉਂਦਾ ਕਿ ਕਿਹਦੀ ਦੇਖ-ਰੇਖ 'ਚ ਗਾਇਬ ਹੋਏ ਔਰ ਕਿਵੇਂ ਜਿਹੜੀ ਸਾਰੀ ਘਟਨਾ ਵਾਪਰੀ ਹੈ। ਸਵਾਲ ਇਹ ਹੈ ਜੇ ਤੁਹਾਨੂੰ ਪਤਾ ਲੱਗ ਗਿਆ ਕਿ ਗੁਰੂ ਮਹਾਰਾਜ ਦੇ 267 ਸਰੂਪ ਘੱਟ ਆ ਤੇ ਉਸ ਬੰਦੇ ਕੋਲੋਂ ਪੈਸੇ ਮੰਗਣ ਦੀ ਬਜਾਏ ਤੁਸੀਂ ਪੁਲਿਸ ਕੰਪਲੇਂਟ ਕਿਉਂ ਨਹੀਂ ਕੀਤੀ, ਜਦ ਕਿ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰ ਚੁੱਕੀ ਆ, ਇਹ ਕਾਨੂੰਨ ਲੈ ਕੇ ਆ ਚੁੱਕੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਾਈਵ ਪਰਸਨ ਮੰਨਿਆ ਜਾਂਦਾ ਹੈ। ਫਿਰ ਪਰਚਾ ਕਿਉਂ ਨਹੀਂ ਦਰਜ ਕੀਤਾ ਗਿਆ? 267 ਸਰੂਪ ਜਿਹੜੇ ਉੱਥੋਂ ਮਿਸਿੰਗ ਆ ਤੇ ਜੇ ਪੈਸੇ ਜਾਂ ਭੇਟਾਂ ਜਮ੍ਹਾਂ ਕਰਾਉਣ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦਾ ਘਾਟਾ ਪੂਰਾ ਹੋ ਸਕਦਾ, ਫਿਰ ਸਾਰੇ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੀ ਲੋੜ ਸੀਗੀ? ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ 'ਚ ਹੋਈ ਬੇਅਦਬੀ ਦੇ ਵੀ ਪੈਸੇ ਜਮ੍ਹਾਂ ਕਰਾ ਲੈਂਦੇ, ਮੁਕਾ ਲੈਂਦੇ 2100 ਭੇਟਾਂ ਲੈ ਕੇ, ਕਿਉਂ ਸਾਰੇ ਪੰਜਾਬ ਦੇ ਵਿੱਚ 1 ਮਹੀਨਾ ਤੁਸੀਂ ਲਾਂਬੂ ਲੱਗਣ ਦਿੱਤਾ? ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਭਾਈ ਅਮਰਿੰਦਰ ਸਿੰਘ ਖਾਲਸਾ ਨੇ ਵੀ ਇਸ ਮਸਲੇ ਦੀਆਂ ਕਾਫੀ ਪਰਤਾਂ ਫਰੋਲੀਆਂ। ਉਹਨਾਂ ਕਿਹਾ ਕਿ ਜਿਸ ਰਿਕਾਰਡ ਨੂੰ ਜਥੇਦਾਰ ਭਾਈ ਹਰਪ੍ਰੀਤ ਸਿੰਘ ਖਾਲਸਾ ਸੀਲ ਕਰਵਾਉਣ ਦੀ ਗੱਲ ਕਰਦੇ ਨੇ, ਉਸ ਰਿਕਾਰਡ ਵਿੱਚ ਤਾਂ 267 ਸਰੂਪ ਕਦੇ ਦਰਜ ਹੀ ਨਹੀਂ ਹੋਏ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਸਲੇ ਤੇ ਭਰਮ ਭੁਲੇਖੇ ਪਾ ਰਹੀ ਹੈ। ਦੇਖੋ ਰਿਕਾਰਡ ਜਿਹੜਾ ਹੈਗਾ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ, ਰਿਕਾਰਡ ਦੇ ਵਿੱਚ ਤਾਂ ਉੱਥੇ ਇੰਦਰਾਜ ਹੀ ਨਹੀਂ ਕੀਤੇ ਹੋਏ ਵੀ ਇਹ ਸਰੂਪ ਕਿੱਥੇ ਗਏ ਤੇ ਉਸ ਨੂੰ ਜ਼ਬਤ ਕਰਨ ਨਾਲ ਸਾਰਾ ਚੀਜ਼ ਕੁਝ ਸਾਹਮਣੇ ਨਹੀਂ ਆਏਗਾ। ਮੇਰਾ ਇਹ ਮੰਨਣਾ ਹੈ ਕਿ ਵੀ ਜਿਨ੍ਹਾਂ ਲੋਕਾਂ ਨੇ ਟੈਲੀਫੋਨ ਕਰ ਕਰਕੇ ਸਰੂਪ ਮੰਗੇ, ਹੁਕਮ ਚਾੜੇ ਮੁਲਾਜ਼ਮਾਂ ਦੇ ਉੱਪਰ ਕਿ ਸਰੂਪ ਫਲਾਣਾ ਬੰਦਾ ਆ ਰਿਹਾ ਉਹਨੂੰ 5 ਸਰੂਪ ਦੇ ਦਿਓ, ਫਲਾਣਾ ਬੰਦਾ ਆ ਰਿਹਾ ਉਹਨੂੰ 4 ਸਰੂਪ ਦੇ ਦਿਓ, 2 ਸਰੂਪ ਦੇ ਦਿਓ, ਇੱਦਾਂ ਮੈਂ ਇਹ ਸਮਝਦਾ ਕਿ ਇਸ ਤਰੀਕੇ ਦੇ ਨਾਲ ਸਰੂਪ ਜਿਹੜੇ ਆ ਵੰਡੇ ਗਏ ਤੇ ਬੇਨੀਮੀਆਂ ਕੀਤੀਆਂ ਗਈਆਂ ਤੇ ਉਹਨਾਂ ਦੇ ਕੋਈ ਇੰਦਰਾਜ ਨਹੀਂ ਕੀਤੇ ਗਏ। ਉਹ ਤਾਕਤਾਂ ਕਿਹੜੀਆਂ ਸੀ ਜਿਹੜੇ ਜਿਨ੍ਹਾਂ ਨੇ ਮਤਲਬ ਮਜਬੂਰ ਕੀਤਾ ਉੱਥੇ ਮੁਲਾਜ਼ਮ ਨੂੰ ਕਿ ਵੀ ਸਰੂਪ ਜਿਹੜੇ ਆ ਉਹ ਇਸ਼ੂ ਕਰੋ? ਸੋ ਉਹ ਜਿਹੜੀ ਚੀਜ਼ ਹੈ ਉਹ ਤਾਂ ਪਰਦਾ ਫਾਸ਼ ਕਰਨ ਦੀ ਲੋੜ ਆ। ਤੇ ਜਥੇਦਾਰ ਸਾਹਿਬ ਮੈਂ ਨਹੀਂ ਸਮਝਦਾ ਕਿ ਬਈ ਆਪ ਕਰ ਪਾਣਗੇ। ਜੇ ਉਹ ਕਿਸੇ ਨਿਰਪੱਖ ਬੰਦੇ ਦੇ ਹੱਥ 'ਚ ਦੇ ਦੇਣਗੇ ਜਾਂਚ ਤੇ ਗੱਲ ਕੁਝ ਹੋਰ ਹੋ ਸਕਦੀ ਹੈ, ਪਰ ਫਿਲਹਾਲ ਹਾਲ ਦੀ ਘੜੀ ਤਾਂ ਮੈਨੂੰ ਲੱਗਦਾ ਕਿ ਖੁਦ ਹੀ ਉਹਨਾਂ ਨੇ ਇੱਕ ਪਾਲੇ 'ਚ ਦੂਜੇ ਪਾਲੇ 'ਚ ਬਾਲ ਘੇਰੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਜਿਹੜੀ ਇਹਦੀ ਜਾਂਚ ਹੈ ਉਹ ਜਿਹੜੇ ਕੋਈ ਜੱਜ ਨੇ, ਜਿਹੜੇ ਸਾਬਕਾ ਜੱਜ ਆ ਉਹਨਾਂ ਤੋਂ ਕਰਵਾਈ ਜਾਵੇ। ਉਹਨਾਂ ਨੇ ਬਾਕੀ ਗੱਲਬਾਤ ਹੈ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਛੱਡੀ ਹੈ। ਤੁਹਾਨੂੰ ਲੱਗਦਾ ਹੈ ਕਿ ਜਾਂਚ ਜਿਹੜੀ ਹੋਣੀ ਹੈ ਉਹ ਸਹੀ ਤਰੀਕੇ ਹੋ ਸਕਦੀ ਹੈ? ਕਿਉਂਕਿ ਪਹਿਲਾਂ ਜਿਸ ਤਰੀਕੇ ਦੇ ਨਾਲ ਇੱਕ ਮੁਲਾਜ਼ਮ ਤੇ ਇਹ ਇਲਜ਼ਾਮ ਲੱਗੇ ਸੀਗੇ ਕਿ ਇਹਨਾਂ ਦੀ ਗਲਤੀ ਹੈ ਜੀ, ਉਹਨਾਂ ਨੇ ਐਫੀਡੇਵਿਟ ਤੇ ਸਾਈਨ ਵੀ ਕੀਤੇ, ਹੁਣ ਉਹ ਕਹਿੰਦੇ ਜੀ ਮੈਂ ਤਾਂ ਦਬਾਅ 'ਚ ਆ ਕੇ ਕਰਤੇ ਸੀ। ਜਾਂਚ ਨੂੰ ਕਿਵੇਂ ਦੇਖਦੇ ਹੋ ਕਿ ਸਹੀ ਤਰੀਕੇ ਹੋ ਸਕਦੀ ਹੈ? ਦੇਖੋ ਜਿੱਥੋਂ ਤੱਕ ਮੁਲਾਜ਼ਮ ਤੋਂ ਐਫੀਡੇਵਿਟ ਬਣਵਾ ਕੇ ਸਾਈਨ ਕਰਾਉਣ ਵਾਲਾ ਕੰਮ ਹੈਗਾ ਉਹ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ। ਦਬਾਅ ਪਾ ਕੇ ਕਰਵਾ ਲਏ ਜਾਂਦੇ ਆ, ਉਹਨੂੰ ਕਿਹਾ ਜਾਂਦਾ ਕਿ ਤੇਰੀ ਨੌਕਰੀ ਤੋਂ ਕੱਢ ਦਾਂਗੇ ਨਹੀਂ ਤਾਂ ਇਸ 'ਤੇ ਦਸਤਖਤ ਕਰ। ਉਹ ਗੱਲਾਂ ਡਿਫਰੈਂਟ ਹੈਗੀਆਂ, ਪਰ ਜਿਹੜਾ ਅਸਲੀਅਤ ਨੂੰ ਸਾਹਮਣੇ ਉਜਾਗਰ ਕਰਨਾ ਇਹ ਜਿਹੜਾ ਮਸਲਾ ਹੈ ਬੜੀ ਟੇਢੀ ਖੀਰ ਹੈ। ਤੇ ਜਥੇਦਾਰ ਸਾਹਿਬ ਮੈਨੂੰ ਉਮੀਦ ਘੱਟ ਹੈ, ਪਰ ਜੇ ਸਮਾਂ ਦੱਸੇਗਾ ਕਿ ਵੀ ਇਹ ਜਥੇਦਾਰ ਸਾਹਿਬ ਇਹਦੇ ਵਿੱਚ ਕਾਮਯਾਬ ਹੁੰਦੇ ਆ ਕਿ ਉਹ ਵਾਪਸ ਪੁਰਾਣੀਆਂ ਜਾਂਚਾਂ ਦੇ ਵਾਂਗੂ ਇਹ ਜਾਂਚ ਜਿਹੜੀ ਹੈ ਰੁਲ ਜਾਏਗੀ।
ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸਿਆਸਤਦਾਨਾਂ ਦੀ ਮਤ ਨੂੰ ਸਮਝਣ ਲਈ ਅਸੀਂ ਸਿੱਖ ਵਿਸ਼ਿਆਂ ਦੇ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਸਰੂਪਾਂ ਦਾ ਗਾਇਬ ਹੋਣਾ ਬੇਸ਼ੱਕ ਗੰਭੀਰ ਵਿਸ਼ਾ ਜ਼ਰੂਰ ਹੈ, ਜਿਸ ਦਾ ਰਿਕਾਰਡ ਹੋਣਾ ਚਾਹੀਦਾ ਸੀ, ਪਰ ਜਿਸ ਤਰ੍ਹਾਂ ਇਸ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ, ਇਹ ਸਰਾਸਰ ਗਲਤ ਹੈ। ਦੇਖੋ ਰਿਕਾਰਡ ਤੇ ਹੋਣਾ ਚਾਹੀਦਾ ਸੀਗਾ, ਕਿਉਂਕਿ ਜੇ ਉੱਥੇ ਸਾਰਾ ਛਪਾਈ ਦਾ ਇੱਕ ਬਕਾਇਦਾ ਜਗ੍ਹਾ ਹੈਗੀ ਆ ਤੇ ਉਹਦੇ ਚੋਂ ਕਿਹਨੂੰ ਇਸ਼ੂ ਹੋਇਆ ਕੀ ਹੋਇਆ ਉਹ ਤੇ ਹੋਣਾ ਚਾਹੀਦਾ ਸੀ। ਇੱਕ ਉਹਦੇ 'ਚ ਜ਼ਰੂਰ ਥੋੜ੍ਹਾ ਜਿਹੜਾ ਬਹਾਨਾ ਕਹਿ ਲਓ ਜਾਂ ਜਿਹੜੀ ਉਹਦੇ ਐਕਸਕਿਊਜ਼ ਉਹਦੇ 'ਚ ਇਸ ਕਿਸਮ ਦਾ ਹੈਗਾ ਕਿ ਇੱਕ ਵਾਰੀ ਰਿਕਾਰਡ ਰੂਮ ਨੂੰ ਅੱਗ ਲੱਗ ਗਈ ਸੀ। ਉਹਦੇ 'ਚ 5 ਜਿਹੜੇ ਗ੍ਰੰਥ ਸਾਹਿਬ ਸੀਗੇ ਉਹ ਸਵਰੂਪ ਉਹਨਾਂ ਦੇ ਝੁਲਸ ਗਏ ਸੀ ਉਹਦੇ 'ਚ ਅੱਗ 'ਚ, ਤੇ 9 ਜਿਹੜੇ ਆ ਉਹ ਖਰਾਬ ਹੋ ਗਏ ਸੀ ਜਿਹੜੀ ਅੱਗ ਬੁਝਾਉਣ ਵਾਲਿਆਂ 'ਚ। 14 ਦਾ ਤੇ ਇਸ ਕਿਸਮ ਦਾ ਇੱਕ ਰਿਕਾਰਡ ਉੱਥੇ ਮਿਲਦਾ ਵੀ ਬਾਕੀ ਦੇ ਕਿੱਥੇ ਗਏ। ਇਹ ਗੱਲ ਮੇਰਾ ਖਿਆਲ ਹੈ ਕਿ ਉਸਨੇ ਕਾਫੀ ਪੋਲੀਟੀਕਲ ਰੰਗਤ ਲੈ ਲਈ ਆ। ਵੈਸੇ ਤੇ ਇਹ ਸਿੱਖ ਧਰਮ ਦਾ ਮਾਮਲਾ ਆ, ਉਹਦਾ ਅੰਦਰੂਨੀ ਮਾਮਲਾ ਉਹ ਕਰਨ, ਪਰ ਕਿਉਂਕਿ ਧਰਮ ਜਿਹੜਾ ਅਗਾਂਹ ਅੱਗੇ ਤੋਂ ਅੱਗੇ ਉਹਦੇ 'ਚ ਰਾਜਨੀਤੀ ਤੇ ਹੁੰਦੀ ਹੈ ਧਰਮ ਦੇ ਨਾਂ 'ਤੇ, ਹੁਣ ਤੂਲ ਫੜਿਆ ਤੇ SGPC ਨੂੰ ਇਸ ਨੂੰ ਸੀਰੀਅਸਲੀ ਲੈ ਕੇ ਇਸ ਨੂੰ ਜਿੰਨਾ ਜਲਦੀ ਸੌਰਟ ਕਰਨਗੇ ਉਹ ਉਨਾ ਚੰਗਾ। ਅੱਜ ਦੀ ਖਬਰ ਇਹ ਹੈ ਕਿ ਉਹਨਾਂ ਨੇ ਰਿਕਾਰਡ ਜਿਹੜਾ ਸਾਰਾ ਸੀਲ ਕਰ ਦਿੱਤਾ ਆ, ਤਾਂ ਕਿ ਇੱਥੋਂ ਤੱਕ ਕਿ ਮੇਰਾ ਖਿਆਲ ਕੁਝ ਜਿਹੜੇ ਬੰਦੇ ਉੱਥੇ ਜ਼ਿੰਮੇਵਾਰ ਸੀ ਉਹਨਾਂ ਨੂੰ ਅਲੱਗ ਕਰਤਾ ਉੱਥੋਂ, ਤਾਂ ਕਿ ਕਿਸੇ ਕਿਸਮ ਦਾ ਕੋਈ ਵੀ ਰਿਕਾਰਡ ਦੇ ਨਾਲ ਵੀ ਹੇਰਾ ਫੇਰੀ 5 ਬੰਦਿਆਂ ਨੂੰ ਅਲੱਗ ਕਰ ਦਿੱਤਾ। ਇਹਦੇ ਨਾਲ ਹੀ ਇੱਕ ਇੱਕ ਅਗਲੀ ਗੱਲ ਜਿਹੜੀ ਚੰਗੀ ਸਭ ਤੋਂ SGPC ਨੇ ਕਹੀ ਹੈ ਕਿ ਅਸੀਂ ਜਿਹੜੀ ਜਾਣਕਾਰੀ ਲੋਕਾਂ ਨੂੰ ਦੇਣੀ ਚਾਹੁੰਦੇ ਆ ਉਹ ਅੰਦਰੂਨੀ ਕੋਈ ਕਮੇਟੀ SGPC ਦੀ ਨਹੀਂ ਕਰੂਗੀ। ਇਹ ਪਹਿਲੀ ਵਾਰੀ SGPC ਦੇ ਇਤਿਹਾਸ ਵਿੱਚ ਆ ਕਿ ਜਿਹੜੀ ਤਹਿਕੀਕਾਤ ਹੋਊਗੀ, ਇਹਦੀ ਸਾਰੀ ਇਨਕੁਆਇਰੀ ਹੋਊਗੀ, ਉਹ SGPC ਦੀ ਆਪਣੀ ਕਾਂਸਟੀਚਿਊਟ ਕਮੇਟੀ ਨਹੀਂ ਹੋਊਗੀ। ਹਾਲਾਂਕਿ SGPC ਪਰ ਉਹ ਬਾਹਰੋਂ ਹੋਊਗੀ, ਉਹ SGPC ਦੇ ਨਾਲ ਕੰਸਰਨ ਨਹੀਂ। ਹਾਂ, ਇਹ ਗੱਲ ਇਹ ਹੈ ਕਿ ਕਿਸੇ ਰਿਟਾਇਰਡ ਜਿਹੜੇ ਸਿੱਖ ਸੰਸਕਾਰਾਂ ਵਾਲਾ ਕੋਈ ਜੱਜ ਉਸ ਨੂੰ ਤੋਂ ਕਰਵਾਈ ਜਾਏ, ਜਾਂ ਕੋਈ ਹੋਰ ਸਿੱਖ ਸਕਾਲਰ ਜਾਂ ਸਿੱਖ ਮਤਲਬ ਬਾਹਰੋਂ SGPC ਦਾ ਉਹ ਧਿਰ ਨਾ ਹੋਵੇ, ਤਾਂ ਕਿ ਜਿਹੜੀ ਇੱਕ ਜੈਨੂਅਨ ਇੰਪਾਰਸ਼ਲ ਇਨਕੁਆਇਰੀ ਜਿਹੜੀ ਹੋ ਸਕੇ, ਇੰਡੀਪੈਂਡੈਂਟ ਇਨਕੁਆਇਰੀ ਹੋ ਸਕੇ। ਇਹ ਅਜੇ ਤੱਕ ਹੋਇਆ, ਪਰ ਮੇਰਾ ਖਿਆਲ ਹੈ ਕਿ ਇਸ ਮਸਲੇ ਨੂੰ ਜਿੰਨਾ ਲਟਕਾਇਆ ਜਾਊਗਾ ਰਾਜਨੀਤਿਕ ਲੋਕ ਓਨਾ ਹੀ ਉਹਦੇ 'ਚ ਹੋਰ ਮਧਾਣੀ ਪਾ ਕੇ ਰਿੜਕੀ ਜਾਣਗੇ ਤੇ ਓਨਾ ਹੀ ਕਿਸੇ ਨੂੰ ਨੁਕਸਾਨ ਕਿਸੇ ਨੂੰ ਫਾਇਦਾ। ਇਹ ਬਰਗਾੜੀ ਵਾਲੇ ਚੱਕਰਾਂ 'ਚ ਨਾ ਇਹ ਵੀ ਕੇਸ ਪੈ ਜੇ ਲੰਬਾ। ਤੇ ਪਹਿਲਾਂ ਉਹਨੇ ਚੰਗਾ ਢਾਹ ਲਾਈ ਅਕਾਲੀ ਦਲ ਨੂੰ, ਫਿਰ ਕਿਸੇ ਹੱਦ ਤੱਕ ਉਸਨੇ ਕਾਂਗਰਸ ਨੂੰ ਵੀ ਲਾਈ ਹੈ, ਕਿਉਂਕਿ ਕਾਂਗਰਸ ਨੇ ਇੰਨਾ ਲਮਕਾ ਦਿੱਤਾ ਕਿ ਲੋਕ ਇਸ ਗੱਲ ਤੋਂ ਨਿਰਾਸ਼ ਹੋਏ ਆ। ਹੁਣ ਇੱਕ ਨਵਾਂ ਮਸਲਾ ਆ ਗਿਆ, ਇਸ ਕਰਕੇ SGPC ਨੂੰ ਇਹ ਚਾਹੀਦਾ ਕਿ ਉਹ ਛੇਤੀ ਤੋਂ ਛੇਤੀ ਇਹਦੀ ਜੋ ਵੀ ਹੈ ਟਾਈਮ ਫਰੇਮ ਦੇ ਵਿੱਚ ਦੇ ਕੇ ਕਿ ਇੰਨੇ ਟਾਈਮ 'ਚ ਅਸੀਂ ਇਹ ਇਨਕੁਆਇਰੀ ਕਰਕੇ ਅਸੀਂ ਲੋਕਾਂ ਨੂੰ ਉਹਦੀ ਰਿਪੋਰਟ ਦਿਆਂਗੇ, ਬਿਲਕੁਲ ਦਿਆਂਗੇ, ਉਹ ਹੋ ਜਾਣਾ ਚਾਹੀਦਾ। ਸਰ ਬੇਸ਼ੱਕ ਇਹਦਾ ਪੂਰਾ ਮਾਮਲਾ ਹੈ ਜਿਹੜਾ ਉਹ ਭਾਵੇਂ ਸਿੱਖ ਸੰਗਤ ਦੇ ਸਾਹਮਣੇ ਹੋਵੇ ਜਾਂ ਸਾਰੀ ਜਿਹੜੇ ਗੈਰ ਸਿੱਖ ਵੀ ਆ ਉਹ ਵੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਆ, ਸਾਰਿਆਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਗੱਲ। ਪਰ ਨਾਲ ਦੀ ਨਾਲ ਇੱਕ ਉੱਥੋਂ ਦੇ ਮੁਲਾਜ਼ਮ ਦੇ ਪਹਿਲਾਂ ਇਸ 'ਤੇ ਇਲਜ਼ਾਮ ਲੱਗੇ ਸੀ ਕਿ ਜਿੰਨੀ ਗਲਤੀ ਹੋਈ ਹੈ ਜੀ ਇਹਨਾਂ ਦੇ ਕਰਕੇ ਹੋਈ ਹੈ। ਇੱਕ ਐਫੀਡੇਵਿਟ ਵੀ ਬਣਵਾਇਆ ਗਿਆ ਸੀ, ਉਹਦੇ 'ਤੇ ਸਾਈਨ ਵੀ ਕਰਵਾਏ ਗਏ ਸੀ ਤਾਂ ਕਿ ਮਸਲੇ ਨੂੰ ਖ਼ਤਮ ਕਰ ਦਿੱਤਾ ਜਾਵੇ। ਪਰ ਹੁਣ ਉਸੇ ਮੁਲਾਜ਼ਮ ਦੇ ਵੱਲੋਂ ਇਹ ਕਹਿਣਾ ਕਿ ਜਿਹੜੇ ਮੇਰੇ ਤੋਂ ਉਸ ਵੇਲੇ ਸਾਈਨ ਕਰਵਾਏ ਗਏ ਸੀ ਉਹ ਮੈਂ ਕਿਸੇ ਦਬਾਅ ਦੇ ਹੇਠ ਕੀਤੇ ਸੀ, ਦਰਅਸਲ ਉਹਦਾ ਇਲਜ਼ਾਮ ਮੇਰੇ 'ਤੇ ਨਹੀਂ ਹੈਗਾ, ਇਹਦਾ ਇਲਜ਼ਾਮ ਸਾਰੀ ਕਮੇਟੀ 'ਤੇ ਆਉਂਦਾ, ਇਹਦੀ ਜਾਂਚ ਕਰਵਾਈ ਜਾਵੇ। ਬਿਲਕੁਲ, ਜਿਹੜੇ ਬੰਦੇ ਹੁਣ ਇਹ ਗੱਲ ਕਹਿ ਰਹੇ ਕਿ ਸਾਡੇ ਕੋਲ ਜ਼ਬਰਦਸਤੀ ਹੋ ਗਈ, ਪਹਿਲਾਂ ਤਾਂ ਤੁਸੀਂ ਕਿਉਂ ਕੀਤੇ, ਉਦੋਂ ਕਿਉਂ ਨਾ ਬੋਲੇ? ਇਹ ਵੀ ਤੇ ਗਲਤੀ ਹੈ ਨਾ। ਜੇ ਕੀਤੇ ਆ ਦਬਾਅ ਥੱਲੇ ਤੇ ਇਹੀ ਗੱਲ ਤੁਸੀਂ ਜਿਹੜੀ ਕਮਿਸ਼ਨ ਬਣੇ ਜਾਂ ਕਮੇਟੀ ਬਣੇ ਜਾਂ ਜੋ ਵੀ ਇਨਕੁਆਇਰੀ ਕਮਿਸ਼ਨ ਬਣਦਾ ਆ, ਕਮੇਟੀ ਬਣਦੀ ਆ, ਉਹਦੇ ਸਾਹਮਣੇ ਉਹਨਾਂ ਨੂੰ ਲਿਖ ਕੇ ਦੇਣਾ ਚਾਹੀਦਾ ਕਿ ਮੇਰਾ ਪਹਿਲੇ ਵਾਲੇ ਰਿਕਾਰਡ ਆਏ ਹੈਗੇ ਆ, ਮੇਰੇ ਕੋਲ ਆ ਲਿਖਵਾਇਆ ਗਿਆ, ਇਸ ਬੰਦੇ ਦੇ ਦਬਾਅ 'ਤੇ ਲਿਖਾਇਆ ਗਿਆ। ਦੱਸਣਗੇ ਨਾ ਸਾਰੇ, ਉਹ ਬੰਦੇ ਨੂੰ ਵੀ ਬੁਲਾਇਆ ਜਾਊਗਾ ਵੀ ਤੂੰ ਕਿਉਂ ਦਬਾਅ ਮਾਰਿਆ। ਇਨਕੁਆਇਰੀ ਦਾ ਮਤਲਬ ਇਹ ਹੈ ਕਿ ਸੱਚ ਨਿਤਾਰਿਆ ਜਾਏ। ਤੇ ਮੇਰਾ ਖਿਆਲ ਹੈ ਕਿ ਇਹ ਕਿਉਂਕਿ ਦੇਖੋ ਇਹ ਮਸਲਾ ਤਾਂ ਵੱਡਾ ਬਣ ਜਾਂਦਾ ਆ, ਪਹਿਲਾਂ ਹੀ ਸਾਡੇ ਕੋਲ ਬੁਰਜ ਜਵਾਹਰ ਸਿੰਘ ਵਾਲੇ ਦਾ ਕੇਸ ਦਾ ਇਹ ਬੜਾ ਇੱਕ ਇੰਨਾ ਲੋਕਾਂ ਦੇ ਵਿੱਚ ਭਾਵਨਾਤਮਕ ਤੌਰ 'ਤੇ ਭਾਵਨਾ ਉਹਨਾਂ ਦੀਆਂ ਨੂੰ ਠੇਸ ਪਹੁੰਚੀ ਤੇ ਸਾਰਾ ਪੰਜਾਬ ਇੱਕ ਵਾਰੀ ਸੜਕਾਂ ਦੇ ਉੱਤੇ ਸੀ। ਜਦੋਂ ਹੁਣ ਏਡੇ ਵੱਡੇ ਸਾਰੇ ਇੰਨੇ 267 ਦਾ ਮਾਮਲਾ ਆਉਂਦਾ ਆ ਇਹਨਾਂ ਸਵਰੂਪਾਂ ਦਾ, ਤੇ ਕੁਦਰਤੀ ਆ ਕਿ ਉਹਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ 'ਤੇ ਜੁੜੀਆਂ ਹੁੰਦੀਆਂ। ਇਹ ਧਾਰਮਿਕ ਭਾਵਨਾ ਦਾ ਮਾਮਲਾ ਔਰ ਸਿੱਖਾਂ ਦੇ ਵਿੱਚ ਇਸ ਤਰੀਕੇ ਨਾਲ ਜਚਾ ਦਿੱਤਾ ਗਿਆ ਕਿ ਇਹ ਇੱਕ ਗੁਰੂ ਹੈਗੇ ਆ, ਹਾਲਾਂਕਿ ਸ਼ਬਦ ਗੁਰੂ ਮੰਨਿਆ ਜਾਂਦਾ,
ਦੇਹ ਦਾ ਕੋਈ ਮਤਲਬ ਨਹੀਂ ਹੈ, ਪਰ ਉਹਦੇ ਬਾਵਜੂਦ ਵੀ ਅਸੀਂ ਮੰਨਦੇ ਹਾਂ ਕਿ ਉਹਨਾਂ ਦੇ ਜਿਹੜਾ ਇਹ ਸਵਰੂਪ ਹੈਗਾ ਇਹ ਗੁਰੂ ਹੀ ਹੈਗੇ ਆ, ਤੇ ਇਸ ਕਰਕੇ ਉਸ ਨੂੰ ਕੁਝ ਜਿਹੜਾ ਨਾ ਪਤਾ ਹੋਣਾ ਤੇ ਉਹ ਹੋਰ ਵੀ ਭਾਵਨਾ ਨੂੰ ਭੜਕਾਉਂਦਾ। ਇਸ ਲਈ ਹੋਰ ਵੀ ਜ਼ਰੂਰੀ ਹੈ ਕਿ ਜਿਹੜੇ ਵੀ ਬੰਦੇ ਇਨਵੋਲਡ ਹੈਗੇ, ਭਾਵੇਂ ਕਿਸੇ ਕੋਲੋਂ ਦਬਾਅ ਨਾਲ ਲਿਖਾਇਆ ਗਿਆ, ਚੁੱਪ ਚਪੀਤੇ ਕਰਾਇਆ ਗਿਆ, ਫੋਨ ਤੇ ਕਰਾਇਆ ਗਿਆ, ਕਿਤੇ ਨਾ ਕਿਤੇ ਤੇ ਗੱਲ ਨਿਕਲੂਗੀ। ਜਿਹੜੇ ਬੰਦੇ ਉੱਥੇ ਜ਼ਿੰਮੇਵਾਰ ਸੀ, ਜਿਨ੍ਹਾਂ ਦੀ ਡਿਊਟੀ ਸੀ, ਉੱਥੋਂ ਗੱਲ ਸ਼ੁਰੂ ਹੋਊਗੀ, ਫਿਰ ਨਿਕਲਦੀ ਸਾਰੀ ਗੱਲ ਮੇਰਾ ਖਿਆਲ ਸਾਹਮਣੇ ਆ ਜੂਗੀ, ਆਉਣੀ ਵੀ ਚਾਹੀਦੀ ਹੈ। ਇਹਦੇ ਨਾਲ ਕੀ ਹੁੰਦਾ ਕਿ ਗਾਂ ਤੋਂ ਵੀ ਇਹੋ ਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਗੜਬੜਾਂ ਹੁੰਦੀਆਂ ਕਿਸੇ ਵੀ ਅੰਦਰ ਸੰਸਥਾ ਦੇ ਵਿੱਚ, ਉਸ ਨੂੰ ਰੁਕਾਵਟ ਮਿਲਦੀ ਹੈ। ਜੀ ਸਰ, ਇੱਕ ਸਵਾਲ ਇੱਥੇ ਬੜਾ ਇੰਪੋਰਟੈਂਟ ਹੋ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਬੇਅਦਬੀ ਹੋਈ ਬਰਗਾੜੀ ਦੇ ਵਿੱਚ, ਹੁਣ 267 ਸਰੂਪਾਂ ਦਾ ਇਹ ਕਿਹਾ ਜਾਣਾ ਕਿ ਗਾਇਬ ਹੀ ਹੋ ਗਏ ਜੀ। ਉਹ ਵੀ ਇੱਕ ਉਹ ਸੰਸਥਾ ਦੇ ਹੱਥਾਂ ਦੇ ਹੇਠੋਂ, ਜਿਹੜੀ ਸੰਸਥਾ ਸਾਰੀ ਕੌਮ ਨੂੰ ਰਿਪਰੈਜ਼ੈਂਟ ਕਰਦੀ ਹੈ, ਉੱਥੋਂ 267 ਸਰੂਪਾਂ ਦਾ ਗਾਇਬ ਹੋ ਜਾਣਾ, ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਸ਼ਬਦ ਹੀ ਇੱਕ ਕਹਿ ਲਓ ਕਿ ਧਰਮ ਨੂੰ ਇੱਕ ਨੀਵਾਂ ਦਿਖਾਉਣ ਵਾਲੀ ਗੱਲ ਹੈ ਕਿ ਤੁਹਾਡੇ ਕੋਲੋਂ ਜਿਹੜੇ ਸਰੂਪ ਨੇ ਜਿਹਨੂੰ ਗੁਰੂ ਮੰਨਦੇ ਹੋ ਉਹਨਾਂ ਦੀ ਰੱਖਿਆ ਹੀ ਨਹੀਂ ਹੋਈ? ਨਹੀਂ, ਇਸ ਤਰ੍ਹਾਂ ਰੱਖਿਆ ਨਾ ਰੱਖਿਆ ਦਾ ਨਹੀਂ ਸਵਾਲ, ਉਹ ਦਿੱਤੇ ਗਏ ਆ। ਸਵਾਲ ਇਹ ਹੈ ਵੀ ਕਿਹਨੂੰ ਦਿੱਤੇ, ਕਿਉਂ ਦਿੱਤੇ, ਕਿਸ ਪਰਪਸ ਲਈ ਦਿੱਤੇ, ਇਹ ਤੇ ਗੱਲ ਸਾਹਮਣੇ ਆਉਣੀ ਚਾਹੀਦੀ ਹੈ। ਹੋ ਸਕਦਾ 267 ਦੇ ਵਿੱਚੋਂ ਮੈਂ 14 ਦਾ ਤੇ ਤੁਹਾਨੂੰ ਦੱਸੇ ਦਿੱਤਾ, ਜਿਹੜੇ ਬਾਕੀ ਦੇ ਬਚਦੇ ਹੈ ਉਹਨਾਂ 'ਚ ਹੋ ਸਕਦਾ ਕਿ ਉਸ ਪੂਰੇ ਦੀ ਇਕੱਲੇ ਦੀ ਡਿਟੇਲ ਨਾ ਮਿਲ ਪਾਏ, ਕਿਹਨੂੰ ਕਿਸ ਤਰ੍ਹਾਂ ਚਲਾ ਗਿਆ, ਪਰ ਕਿਸੇ ਨਾ ਕਿਸੇ ਲੈਵਲ ਤੇ ਘੱਟੋ ਘੱਟ ਕੁਝ ਵੱਡੇ ਹਿੱਸੇ ਦਾ ਉਹਦੀ ਡਿਟੇਲ ਪੂਰੀ ਸਾਹਮਣੇ ਆ ਜਾਣੀ ਚਾਹੀਦੀ ਹੈ ਕਿ ਇਹ ਕਿਸ ਤਰੀਕੇ ਨਾਲ, ਕਿਸ ਪਰਪਸ ਲਈ, ਕਿਹਦੇ ਕਹਿਣ ਤੇ, ਕਿਸ ਮਕਸਦ ਲਈ ਇਹ ਦਿੱਤੇ ਗਏ ਸੀਗੇ ਤੇ ਕਿਉਂ ਦਿੱਤੇ ਗਏ। ਇਹ ਸਵਾਲਾਂ ਦਾ ਤੇ ਸਾਰਿਆਂ ਨੂੰ ਪਰਪਲੈਕਸਿਟੀ ਹੈ ਹੀ ਹੈ ਨਾ, ਤੇ ਉਹਦੇ ਨਾਲ ਕਿਉਂਕਿ ਜਿਸ ਤਰ੍ਹਾਂ ਤੁਸੀਂ ਵੀ ਕਹਿ ਰਹੇ ਆ, ਹੋਰ ਬੰਦੇ ਵੀ ਇਹ ਸਮਝਦੇ ਹੈ ਕਿ ਇਹ ਦਿੱਤੇ ਜਾਣ ਕਰਕੇ ਹੀ ਬੁਰਜ ਜਵਾਹਰ ਸਿੰਘ ਵਾਲਾ ਕੇਸ ਵੀ ਨਾਲ ਜੁੜਦਾ, ਕਿ ਉਹ ਸ਼ਾਇਦ ਉੱਥੇ ਵੀ ਇੱਥੋਂ ਲੈ ਕੇ ਗਏ ਹੋਣ, ਫਿਰ ਉਹਨਾਂ ਦੀ ਬੇਅਦਬੀ ਹੋਏ। ਇਹ ਸਾਰੇ ਜਿਹੜੇ ਸ਼ੰਕੇ ਸੁਭਾਅ ਆ ਉਹ ਸਾਰੇ ਜਿਹੜੇ ਉਹ ਹੱਲ ਹੋਣੇ ਚਾਹੀਦੇ ਆ। ਉਹਦਾ ਹੱਲ ਹੋਣ ਦਾ ਤਰੀਕਾ ਇਹ ਹੈ ਕਿ ਕਿਸ ਕਿਸਮ ਦੇ ਬੰਦੇ ਦੀ, ਕਮੇਟੀ ਦੀ ਸਿਲੈਕਸ਼ਨ ਕੀਤੀ ਜਾਂਦੀ ਹੈ, ਉਹ ਕਿੰਨਾ ਕੁ ਦਿਆਨਤਦਾਰ ਹੈਗਾ, ਕਿੰਨਾ ਕੁ ਕੱਲ੍ਹ ਨੂੰ ਉਹ ਨਾ ਕਹਿ ਦੇ ਕਿ ਮੈਨੂੰ ਵੀ ਕੋਈ ਦਬਾਅ ਸੀ ਇਸ ਕਰਕੇ ਮੈਂ ਰਿਪੋਰਟ ਇਹੋ ਜਿਹੀ ਲਿਖਤੀ। ਇਸ ਕਿਸਮ ਦਾ ਪਾਏਦਾਰ ਬੰਦਾ, ਪਰਨਾਇਆ ਹੋਇਆ ਬੰਦਾ, ਗੁਰੂ ਤੋਂ ਰੱਬ ਤੋਂ ਡਰਨ ਵਾਲਾ ਬੰਦਾ, ਤੇ ਸੱਚਾਈ ਨੂੰ ਮਿਹਨਤ ਦੇ ਨਾਲ ਲੱਭ ਕੇ ਸਾਰਿਆਂ ਦੇ ਸਨਮੁਖ ਰੱਖਣ ਵਾਲਾ ਬੰਦਾ ਹੋਣਾ ਚਾਹੀਦਾ। ਉਹਦੇ ਤੇ ਬਹੁਤ ਡਿਪੈਂਡ ਕਰੂਗਾ, ਨਹੀਂ ਤੇ ਇਹ ਗੱਲ ਹੋਰ ਹੌਲੀ ਸਿੱਖੀ ਨੂੰ ਜਾਂ ਸਿੱਖ ਸੰਸਥਾਵਾਂ ਨੂੰ ਠੇਸ ਹੀ ਪਹੁੰਚਾਉਣ ਵਾਲੀ ਬਣਦੀ ਰਹੂਗੀ। ਬੇਸ਼ੱਕ ਇਹ ਮਾਮਲਾ ਧਾਰਮਿਕ ਹੈ, ਸਿਆਸੀ ਨਹੀਂ, ਪਰ ਫਿਰ ਵੀ ਜੇਕਰ ਧਰਮ ਦੇ ਮੋਢੀ ਕਿਸੇ ਮਸਲੇ ਦਾ ਹੱਲ ਨਾ ਕਰਨਾ ਚਾਹੁੰਦੇ ਹੋਣ ਤਾਂ ਸਿਆਸਤ ਹੀ ਹੈ ਜੋ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾ ਸਕਦੀ ਹੈ। ਫਿਲਹਾਲ ਸਿੱਖ ਜਗਤ ਉਮੀਦ ਕਰ ਰਿਹਾ ਕਿ ਇਹ ਮਸਲਾ ਜਲਦ ਤੋਂ ਜਲਦ ਹੱਲ ਹੋਵੇ। ਇਹ ਸੀ ਸਾਡਾ ਅੱਜ ਦਾ ਖਾਸ ਵਿਸ਼ਾ। ਅਜਿਹੇ ਬਹੁਤ ਸਾਰੇ ਖਾਸ ਵਿਸ਼ੇ ਤੇ ਮੁੱਦੇ ਲੈ ਕੇ ਹਮੇਸ਼ਾ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।